ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਆ ਸਭ ਦਾ। ਓਕੇ, ਅੱਜ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਇਸ ਕੋਟੇਸ਼ਨ ਤੋਂ, ਜਿਹੜੀ ਕਿ ਬਹੁਤ ਹੀ ਬਿਊਟੀਫੁਲ ਕੋਟੇਸ਼ਨ ਹੈ। ਦੇਖੋ, ਯੂ ਮੈਜ਼ਰ ਦੀ ਸਾਈਜ਼ ਆਫ ਦੀ ਅਕੰਪਲਿਸ਼ਮੈਂਟ ਬਾਈ ਦੀ ਅਬਸਟੈਕਲਸ ਯੂ ਹੈਡ ਟੂ ਓਵਰਕਮ ਟੂ ਰੀਚ ਯੂਅਰ ਗੋਲ। ਵਾਟ ਇਟ ਮੀਨਸ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਆ ਦੋਸਤੋ ਕਿ ਤੁਸੀਂ ਆਪਦੀ ਸਕਸੈਸ ਦਾ ਜਾਂ ਕਿਸੇ ਦੀ ਸਕਸੈਸ ਦਾ ਜਿਹੜਾ ਮਾਪਦੰਡ ਤੈਅ ਕਰਦੇ ਹੋ, ਤੁਸੀਂ ਉਸ ਦੀ ਪੋਜੀਸ਼ਨ ਤੋਂ ਕਰਦੇ ਹੋ। ਜੋ ਉਸਨੇ ਗੋਲ ਅਚੀਵ ਕਰ ਲਿਆ, ਆਪਾਂ ਅਕਸਰ ਹੀ ਉਸਦੇ ਗੋਲ ਨੂੰ ਦੇਖ ਕੇ ਉਹਦੀ ਸਕਸੈਸ ਦਾ ਮਾਪਦੰਡ ਤੈਅ ਕਰਦੇ ਹਾਂ। ਪਰ ਅਸਲ ਦੇ ਵਿੱਚ ਜਿਹੜਾ ਮਾਪਦੰਡ ਤੈਅ ਹੁੰਦਾ ਹੈ, ਉਹ ਉਸ ਗੋਲ ਤੇ ਪਹੁੰਚਣ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ, ਸੰਘਰਸ਼, ਸਟਰਗਲ ਉਸ ਬੰਦੇ ਨੂੰ ਕਰਨੇ ਪਏ ਫੇਸ, ਉਹਨਾਂ ਤੋਂ ਤੈਅ ਹੁੰਦਾ ਕਿ ਉਸਨੇ ਕਿੰਨੇ ਸੰਘਰਸ਼ ਕਰਕੇ ਉਹ ਜਿਹੜੀ ਪੋਜੀਸ਼ਨ ਹੈ, ਉਹ ਜਿਹੜਾ ਗੋਲ ਹੈ, ਉਹ ਪੂਰਾ ਕੀਤਾ। ਇਨ ਇੰਗਲਿਸ਼ ਜੇ ਆਪਾਂ ਇਸ ਨੂੰ ਸਮਝੀਏ ਤਾਂ ਇਟ ਇਜ਼ ਟੂ ਬੀ ਮੈਜ਼ਰਡ ਨਾਟ ਸੋ ਮਚ ਬਾਈ ਦੀ ਪੋਜੀਸ਼ਨ ਦੈਟ ਵਨ ਹੈਜ਼ ਰੀਚਡ ਇਨ ਲਾਈਫ, ਇਟ ਇਜ਼ ਟੂ ਬੀ ਰਿਕੋਗਨਾਈਜ਼ਡ ਐਜ਼ ਦੀ ਅਬਸਟੈਕਲਸ ਵਿਚ ਹੀ ਹੈਡ ਓਵਰਕਮ ਸੋ ਫਾਰ ਇਨ ਦੀ ਸਕਸੈਸ ਰੂਟ। ਤਾਂ ਮਤਲਬ ਹੁਣ ਤੱਕ ਉਸਨੇ ਸਕਸੈਸ ਦੇ ਰਾਸਤੇ ਦੇ ਵਿੱਚ ਕਿੰਨੀਆਂ ਹੀ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ। ਉਹਨਾਂ ਚੀਜ਼ਾਂ ਤੋਂ ਆਪਾਂ ਜਿਹੜੀ ਕਿਸੇ ਦੀ ਸਫਲਤਾ ਦਾ ਰਾਜ ਜਾਂ ਉਸ ਦੀ ਜੋ ਪਹਿਚਾਣ ਹੈ, ਉਹਨੂੰ ਸਮਝ ਸਕਦੇ ਹਾਂ। ਸੋ ਇਹ ਸੀ ਅੱਜ ਦੀ ਕੋਟੇਸ਼ਨ। ਅੱਜ ਦਾ ਕੰਮ ਸ਼ੁਰੂ ਕਰਦੇ ਹਾਂ ਪਹਿਲੀ ਸਲਾਈਡ ਤੋਂ। ਦੇਖੋ, ਈਡੀਅਮਸ ਐਂਡ ਫਰੇਜ਼ਸ ਕਰਾਂਗੇ ਆਪਾਂ। ਬਲੈਸਿੰਗ ਇਨ ਡਿਸਗਾਈਜ਼, ਠੀਕ ਹੈ, ਇਹਦਾ ਕੀ ਮਤਲਬ ਹੈ? ਅ ਸਰਟਨ ਥਿੰਗ ਵਿਚ ਅਪੀਅਰਸ ਟੂ ਬੀ ਅ ਕਰਸ ਇਨ ਦੀ ਬਿਗਨਿੰਗ ਬਟ ਪ੍ਰੂਵਸ ਟੂ ਬੀ ਦੀ ਬਲੈਸਿੰਗ ਇਨ ਦੀ ਐਂਡ। ਉਹ ਚੀਜ਼ ਜਿਹੜੀ ਸ਼ੁਰੂਆਤ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਰਾਪਜਨਕ ਲੱਗੇ, ਠੀਕ ਹੈ ਨਾ, ਸ਼ਰਾਪ ਵਰਗੀ ਲੱਗੇ, ਬੁਰੀ ਲੱਗੇ, ਬਟ ਆਖਰ ਦੇ ਵਿੱਚ ਕੀ ਲੱਗੇ? ਇੱਕ ਬਹੁਤ ਹੀ ਚੰਗੀ ਚੀਜ਼ ਲੱਗੇ। ਉਹ ਮਤਲਬ ਉਹ ਤੁਹਾਡੇ ਜੀਵਨ ਦੇ ਲਈ, ਤੁਹਾਡੇ ਮਤਲਬ ਕਿ ਤੁਸੀਂ ਆਪਦੀ ਲਾਈਫ ਦੇ ਵਿੱਚ ਕੁਝ ਚੰਗਾ ਪ੍ਰਾਪਤ ਕਰ ਪਾਓ। ਸ਼ੁਰੂ ਦੇ ਵਿੱਚ ਉਹ ਤੁਹਾਨੂੰ ਲੱਗੇ ਕਿ ਇਹ ਬੇਕਾਰ ਹੈ, ਇਹ ਤਾਂ ਬਹੁਤ ਹੀ ਬੁਰੀ ਚੀਜ਼ ਹੋ ਗਈ, ਪਰ ਬਾਅਦ ਦੇ ਵਿੱਚ ਤੁਹਾਨੂੰ ਲੱਗੇ ਕਿ ਇਹ ਤਾਂ ਬਹੁਤ ਹੀ ਸਹੀ ਸੀ। ਤਾਂ ਉਹਨੂੰ ਆਪਾਂ ਈਡੀਅਮਸ ਨੂੰ ਯੂਜ਼ ਕਰਦੇ ਆ ਉਦੋਂ, ਬਲੈਸਿੰਗ ਇਨ ਡਿਸਗਾਈਜ਼। ਦੇਖੋ ਸੈਂਟੈਂਸ ਨੂੰ ਦੇਖੋ ਹੋਰ ਅੰਡਰਸਟੈਂਡਿੰਗ ਲਈ। ਦੀ ਇਨਕਰੀਜ਼ਡ ਐਗਰੈਸ਼ਨ ਆਫ ਚਾਈਨੀਜ਼ ਇਨ ਪੁਸ਼ਿੰਗ ਦੇਅਰ OBOR came as a blessing in disguise for India as a cooperation with other nations become smoother। ਦੇਖੋ, OBR ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਵਨ ਬੈਲਟ ਵਨ ਰੋਡ ਇਹ ਇਨੀਸ਼ੀਏਟਿਵ ਹੈ ਕਿਹਦਾ ਤੇ ਹੈ ਕੀ ਚੀਜ਼ ਇਹ। ਇਹਨੂੰ ਆਪਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਕਵਰ ਕਰਾਂਗੇ। ਇਹਦੇ ਵਿੱਚ ਆਪਾਂ ਟੌਪਿਕ ਵੀ ਕਵਰ ਕਰਾਂਗੇ ਚਾਈਨਾ ਇੰਡੀਆ ਰਿਲੇਸ਼ਨ ਦਾ 360 ਡਿਗਰੀ ਨਾਲ। ਬਟ ਉਸ ਤੋਂ ਪਹਿਲਾਂ ਇਸ ਸੈਂਟੈਂਸ ਨੂੰ ਸਮਝ ਲੈਂਦੇ ਆਪਾਂ। ਤਾਂ the increased aggression of Chinese in pushing their OBOR came as a blessing in disguise for India as a cooperation with other nations become smoother। ਤਾਂ OBR ਜਿਹੜਾ ਹੈਗਾ ਚਾਈਨਾ ਦਾ ਇਨੀਸ਼ੀਏਟਿਵ ਹੈ, ਬਹੁਤ ਹੀ ਅਗਰੈਸਿਵ ਇਨੀਸ਼ੀਏਟਿਵ ਹੈ ਚਾਈਨਾ ਦਾ ਇਹ। ਤਾਂ ਇੰਡੀਆ ਦੇ ਲਈ ਇਹ ਕੀ ਆਇਆ? ਇੱਕ ਮਤਲਬ ਕਿ ਬੂਨ ਦਾ ਕੰਮ ਕਰੂਗਾ ਇੰਡੀਆ ਦੇ ਲਈ, ਐਂਡ ਇਹ ਕੋਆਪਰੇਸ਼ਨ ਕਰਨ ਦੇ ਵਿੱਚ ਸਹਾਇਤਾ ਕਰੂਗਾ ਇੰਡੀਆ ਨੂੰ ਹੋਰ ਨੇਸ਼ਨਸ ਦੇ ਨਾਲ। ਤਾਂ ਆਪਾਂ ਇਹਨੂੰ ਸਮਝ ਲੈਂਦੇ ਹਾਂ ਕਿ ਇਹ ਹੈ ਕੀ ਚੀਜ਼। ਦੇਖੋ, ਤੁਸੀਂ ਦੇਖ ਰਹੇ ਹੋ ਦੋਸਤੋ, ਜਿਹੜਾ ਰੈੱਡ ਕਲਰ ਦੇ ਵਿੱਚ ਦਿੱਤਾ ਹੋਇਆ, ਇਹ ਸਿਲਕ ਰੋਡ ਇਕਨੋਮਿਕ ਬੈਲਟ ਹੈ, ਜਿਹੜਾ ਕਿ ਇੱਕ ਲੈਂਡ ਰੂਟ ਹੈ। ਦੇਖੋ, ਪੂਰੇ ਕੰਟਰੀਜ਼ ਦੇ ਵਿੱਚ ਦੀ ਲੰਘਦਾ ਹੈ, ਠੀਕ ਹੈ, ਇਸ ਕਰਕੇ ਲੈਂਡ ਰੂਟ ਹੈ। ਓਕੇ ਜੀ, ਤਾਂ ਮਤਲਬ ਇਹ ਚਾਈਨਾ ਤੋਂ ਸ਼ੁਰੂ ਹੋ ਕੇ, ਠੀਕ ਹੈ ਨਾ, ਚਾਈਨਾ ਤੋਂ ਸ਼ੁਰੂ ਹੋ ਕੇ ਸੈਂਟਰਲ ਏਸ਼ੀਆ ਦੇ ਥਰੂ ਇਹ ਮਿਡਲ ਈਸਟ ਦੇ ਵਿੱਚ ਜਾ ਕੇ ਯੂਰਪ ਦੇ ਨਾਲ ਕਨੈਕਟ ਕਰਦਾ ਹੈ। ਉਸ ਤੋਂ ਬਾਅਦ ਫਿਰ ਯੂਰਪ ਤੋਂ ਵਾਪਸ ਇਹ ਜਿਹੜਾ ਆਪਣਾ ਮੈਰੀਟਾਈਮ ਸਿਲਕ ਰੋਡ ਹੈ, ਇਹਦੇ ਨਾਲ ਅਟੈਚ ਹੋ ਜਾਂਦਾ, ਠੀਕ ਹੈ। ਤਾਂ ਇਹ ਆਪਣਾ ਪੂਰਾ ਇੰਡੀਅਨ ਓਸ਼ਨ, ਬੇ ਆਫ ਬੰਗਾਲ, ਠੀਕ ਹੈ, ਅਰੇਬੀਅਨ ਸੀ, ਐਂਡ ਫਿਰ ਉਹ ਆਪਣਾ ਰੈੱਡ ਸੀ, ਐਂਡ ਫਿਰ ਇਹ ਜਿਹੜਾ ਆਪਣਾ ਮੈਡੀਟਰੇਨੀਅਨ ਸੀ ਹੈ, ਉਹਦੇ ਵਿੱਚ ਜਾ ਕੇ ਯੂਰਪ ਦੇ ਨਾਲ ਜਿਹੜਾ ਹੈਗਾ ਕਨੈਕਟ ਕਰਦਾ। ਇਹ ਹੈਗਾ ਇਹਨਾਂ ਦਾ ਮੈਰੀਟਾਈਮ ਸਿਲਕ ਰੋਡ, ਠੀਕ ਹੈ ਜੀ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾਂਗੇ ਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਾਂ BRI ਬੈਲਟ ਰੋਡ ਇਨੀਸ਼ੀਏਟਿਵ ਚਾਈਨਾ ਦਾ ਹੈ ਕੀ। ਓਕੇ, ਤੁਸੀਂ ਦੇਖ ਸਕਦੇ ਹੋ ਬੀਜਿੰਗ ਤੋਂ ਲੈ ਕੇ ਜਿਹੜੀ ਚਾਈਨਾ ਦੀ ਕੈਪੀਟਲ ਹੈ, ਉਸ ਤੋਂ ਲੈ ਕੇ ਤੁਰਕੀ ਤੱਕ ਇਹ ਜਿਹੜਾ ਹੈਗਾ ਕਨੈਕਟ ਕਰਦਾ। ਐਂਡ ਕੁਆਂਜੂ ਐਂਡ ਗੁਆਂਜੂ ਚਾਈਨਾ ਦੇ ਜਿਹੜੇ ਪ੍ਰੋਵਿੰਸ ਨੇ, ਉੱਥੋਂ ਲੈ ਕੇ ਇਹ ਸਿੰਗਾਪੁਰ, ਮਲੇਸ਼ੀਆ ਐਂਡ ਬੰਗਲਾਦੇਸ਼ ਦੇ ਵਿੱਚ ਚਿਟਾਗੋਂਗ, ਹੰਬਨਟੋਟਾ ਪੋਰਟ ਇਨ ਸ਼੍ਰੀਲੰਕਾ, ਠੀਕ ਹੈ, ਐਂਡ ਗਵਾਦਰ ਪੋਰਟ
ਇਹ ਸਾਰੇ ਜਿਹੜੇ ਹੈਗੇ ਆ ਕਨੈਕਟ ਕਰਦਾ ਐਂਡ ਜਾ ਕੇ ਇਹ ਬਸਰਾ ਜਿਹੜਾ ਆਪਣਾ ਗਲਫ ਕੰਟਰੀ ਆ ਉੱਥੇ ਜਾ ਕੇ ਇਹ ਕਨੈਕਟ ਕਰਦਾ। ਸੋ ਇਹਨੂੰ ਹੋਰ ਵੀ ਡਿਟੇਲ ਦੇ ਵਿੱਚ ਸਮਝਦੇ ਹਾਂ ਆਪਾਂ, ਠੀਕ ਹੈ। ਇੱਕ ਵਾਰੀ ਆਪਾਂ ਕੱਲੇ ਮੈਪ ਨੂੰ ਸਮਝਦੇ ਜਾਈਏ ਜਿਸ ਕਰਕੇ ਆਪਣੀ ਅੰਡਰਸਟੈਂਡਿੰਗ ਥੋੜੀ ਜੀ ਬੈਟਰ ਹੋ ਸਕੇ, ਠੀਕ ਹੈ ਜੀ। ਤਾਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਕੀ? ਦੇਖੋ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਕੀ। ਦੇਖੋ ਇਹ ਜਿਹੜਾ ਸੀਗਾ ਇਹ ਇਨੀਸ਼ੀਏਟਿਵ ਚਾਈਨਾ ਨੇ 2013 ਦੇ ਵਿੱਚ ਸ਼ੁਰੂ ਕੀਤਾ ਸੀਗਾ, ਠੀਕ ਹੈ ਜੀ। 2013 ਦੇ ਵਿੱਚ ਸ਼ੁਰੂ ਕੀਤਾ ਸੀਗਾ, ਜਿਹਦਾ ਸਾਫ਼ ਮਤਲਬ ਕੀ ਹੈ ਕਿ ਏਸ਼ੀਆ ਨੂੰ, ਠੀਕ ਹੈ, ਯੂਰਪ ਦੇ ਨਾਲ ਜੋੜਨਾ, ਸੈਂਟਰਲ ਏਸ਼ੀਆ ਦੇ ਥਰੂ। ਤਾਂ ਇਹ ਬਹੁਤ ਵੱਡਾ ਹੀ ਪ੍ਰੋਜੈਕਟ ਹੈ ਚਾਈਨਾ ਦਾ, ਜਿਹਦੇ ਵਿੱਚ ਇਹ ਮਤਲਬ ਕਿ 60 ਕੰਟਰੀਜ਼ ਨੂੰ ਕੀ ਕਰ ਰਹੇ ਆ, ਜੋੜ ਰਹੇ ਆ। 60 ਕੰਟਰੀਜ਼ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਐਂਡ ਇਹਦੇ ਵਿੱਚ ਇੱਕ ਹੋਰ ਪੰਗਾ ਜਿਹੜਾ ਇੰਡੀਆ ਦੇ ਲਈ ਸਭ ਤੋਂ ਵੱਡਾ ਹੈ, ਉਹ ਹੈਗਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ। ਦੇਖੋ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਵੀ BRI ਦਾ ਪ੍ਰੋਜੈਕਟ ਹੈ, ਮਤਲਬ OBR ਦਾ ਇਹ ਵੀ ਪ੍ਰੋਜੈਕਟ ਹੈ, ਵਨ ਬੈਲਟ ਵਨ ਰੋਡ। ਸੋ ਇਹਦੇ ਵਿੱਚ ਜਿਹੜਾ ਇਹ ਕੋਰੀਡੋਰ ਹੈ, ਇਹ ਜਿਹੜਾ ਆਪਣਾ ਜੰਮੂ ਕਸ਼ਮੀਰ ਆ ਦੋਸਤੋ, ਉਹਦੇ ਵਿੱਚ ਦੀ ਇਹ ਰੋਡ ਲੰਘਦਾ। ਆ ਦੇਖੋ ਆਪਣਾ ਜੰਮੂ ਕਸ਼ਮੀਰ ਹੈਗਾ ਜਿਹੜਾ ਕਿ ਪਾਕਿਸਤਾਨ ਦੇ ਦੁਆਰਾ ਆਕੂਪਾਈਡ ਹੈ। ਦੇਖੋ ਇਹ ਕਿਹਦੇ ਦੁਆਰਾ ਆਕੂਪਾਈਡ ਹੈ? ਇਹ ਪਾਕਿਸਤਾਨ ਦੁਆਰਾ ਆਕੂਪਾਈਡ ਹੈ। ਤੁਸੀਂ ਦੇਖ ਸਕਦੇ ਹੋ ਆਹ ਵਾਲਾ ਜਿਹੜਾ ਏਰੀਆ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਹੈ। ਆ ਆਪਣੀ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਆ ਗਈ, ਸੌਰੀ ਲਾਈਨ ਆਫ ਕੰਟਰੋਲ ਆ ਗਈ ਪਾਕਿਸਤਾਨ ਨਾਲ, ਲਾਈਨ ਆਫ ਐਕਚੁਅਲ ਕੰਟਰੋਲ ਹੈਗੀ ਆਪਣੀ ਚਾਈਨਾ ਨਾਲ। ਦੇਖੋ ਤੁਸੀਂ ਇਹ ਵਾਲੀ, ਠੀਕ ਹੈ। ਤਾਂ ਗਲਵਨ ਵੈਲੀ ਦੇ ਵਿੱਚ ਕਲੈਸ਼ਸ ਹੋਈਆਂ ਸੀਗੀਆਂ, ਆਪਾਂ ਨੂੰ ਪਤਾ ਹੈ। ਇਹ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਏਰੀਆ। ਸਿਆਚਨ ਗਲੇਸ਼ੀਅਰ ਹੋ ਗਿਆ, ਅਕਸਾਈ ਚਿਨ ਜਿਹੜਾ ਚਾਈਨਾ ਐਡਮਿਨਿਸਟਰ ਕਰ ਰਿਹਾ ਹੈ, ਠੀਕ ਹੈ ਨਾ। ਸੋ ਆਪਣੇ ਕੋਲੇ ਆਹ ਵਾਲਾ ਏਰੀਆ ਸਾਰਾ, ਇੱਕ ਵਾਹ ਵਾਲਾ ਤੇ ਇੱਕ ਇਹ ਵਾਲਾ ਜਿਹੜਾ ਇੰਡੀਆ ਐਡਮਿਨਿਸਟਰ ਕਰਦਾ। ਸੋ ਇਹ ਵਾਲੇ ਏਰੀਏ ਦੇ ਵਿੱਚ ਦੀ ਇੱਥੋਂ ਜਿਹੜਾ ਇਹਨਾਂ ਦਾ ਸ਼ਿੰਗਜਿਆਂਗ ਪ੍ਰੋਵਿੰਸ ਹੈ ਚਾਈਨਾ ਦਾ, ਉਹਦੇ ਵਿੱਚ ਕਸ਼ਗੜ ਨਾਂ ਦੀ ਜਗ੍ਹਾ ਹੈ, ਜਿੱਥੋਂ ਰੋਡ ਇਹ ਨਿਕਲ ਕੇ ਆਪਣੇ ਗਿਲਗਿਟ ਬਲਟਿਸਤਾਨ ਵਿੱਚ ਦੀ ਹੁੰਦੀ ਹੋਈ ਜਿਹੜੀ ਇਹ ਪਾਕਿਸਤਾਨ ਦੇ ਵਿੱਚ ਦੀ ਲੰਘ ਕੇ ਕਿੱਥੇ ਜਾ ਰਹੀ ਹੈ? ਇਹ ਜਾ ਰਹੀ ਹੈ ਗਵਾਦਰ ਪੋਰਟ ਦੇ ਵਿੱਚ। ਦੇਖੋ ਇੱਥੇ ਜੋੜ ਰਹੇ ਆ ਇਹਨੂੰ, ਠੀਕ ਹੈ। ਇਹ ਵਿੱਚ ਦੀ ਲੰਘ ਰਹੀ ਹੈ। ਸੋ ਜਿੰਨੇ ਵੀ એનર્ਜੀ ਦੇ ਇੰਡਸਟਰੀ ਦੇ ਪ੍ਰੋਜੈਕਟ ਨੇ ਉਹ ਲਾਏ ਜਾ ਰਹੇ ਨੇ, ਪਾਈਪਲਾਈਨਸ ਪਾਈਆਂ ਜਾ ਰਹੀਆਂ, ਗੈਸ ਪਾਈਪਲਾਈਨਸ ਪਾਈਆਂ ਜਾ ਰਹੀਆਂ, ਬਹੁਤ ਸਾਰਾ ਇਨਫਰਾਸਟ੍ਰਕਚਰ ਪ੍ਰੋਜੈਕਟ ਇਸੇ ਰੋਡ ਦੇ ਉੱਤੇ ਜਿਹੜਾ ਹੈਗਾ ਉਹ ਇਹ ਐਸਟੈਬਲਿਸ਼ ਕਰ ਰਿਹਾ, ਡਿਵੈਲਪ ਕਰ ਰਿਹਾ ਤੇ ਗਵਾਦਰ ਪੋਰਟ ਨੂੰ ਜੋੜ ਰਿਹਾ। ਦੇਖੋ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਦਿੱਕਤ ਇੱਕ ਹੋਰ ਹੁੰਦੀ ਸੀ ਚਾਈਨਾ ਨੂੰ, ਉਹ ਇਹ ਹੁੰਦੀ ਸੀ ਕਿ ਇਹਨਾਂ ਨੂੰ ਜਿਹੜਾ ਸੀਗਾ ਇੱਥੋਂ ਲੰਘ ਕੇ ਇੱਦਾਂ ਜਾਣਾ ਪੈਂਦਾ ਸੀ, ਠੀਕ ਹੈ ਜੀ। ਸਮਝੋ ਤੁਸੀਂ ਇਸ ਗੱਲ ਨੂੰ, ਇੱਥੋਂ ਦੀ ਲੰਘ ਕੇ ਇੱਥੇ ਗਲਫ ਕੰਟਰੀ ਦੇ ਨਾਲ ਡੀਜ਼ਲ ਪੈਟਰੋਲ ਜੋ ਵੀ ਇਹਨਾਂ ਦਾ ਸੀਗਾ ਰॉ ਮਟੀਰੀਅਲ, ਠੀਕ ਹੈ ਜੀ, ਕਰੂਡ ਆਇਲ, ਉਹਨੂੰ ਬਹੁਤ ਹੀ ਲੰਬੇ ਰਾਸਤੇ ਦੇ ਵਿੱਚ ਦੀ ਇਹਨਾਂ ਨੂੰ ਲਗਾਉਣਾ ਪੈਂਦਾ ਸੀ। ਨਾਓ ਇਹ ਕੀ ਕਰ ਰਹੇ ਆ? ਦੇਖੋ ਇੱਥੋਂ ਇਹ ਸਿੱਧਾ ਇੰਡੀਆ ਦੇ ਵਿੱਚ ਦੀ ਜਿਹੜਾ ਆਪਣਾ ਗਿਲਗਿਟ ਬਲਟਿਸਤਾਨ ਆਪਾਂ ਡਿਸਕਸ ਕੀਤਾ ਹੈ, ਉੱਥੋਂ ਦੀ ਇਸ ਰੋਡ ਨੂੰ ਇੱਥੇ ਸਿੱਧਾ ਜੋੜ ਰਹੇ ਆ ਐਂਡ ਇੱਥੋਂ ਇਹ ਤੇਲ ਲੈ ਜਾਣਗੇ। ਸੋ ਇਹ ਰਸਤਾ ਤਾਂ ਇਹਨਾਂ ਨੇ ਬਹੁਤ ਹੀ ਛੋਟਾ ਕਰ ਲਿਆ, ਤਾਂ ਇਹਨਾਂ ਦਾ ਖਰਚਾ ਘਟ ਗਿਆ ਨਾ। ਸੋ ਇਹ ਵੀ ਜਿਹੜੀ ਰੋਡ ਹੈ ਇਹ ਵੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਜਿਹੜਾ ਪਾਰਟ ਹੈ। ਸੋ ਇਹ ਇੰਡੀਆ ਦੇ ਲਈ ਬਹੁਤ ਵੱਡਾ ਕੰਸਰਨ ਹੈ, ਜਿਸ ਕਰਕੇ ਇੰਡੀਆ ਵੀ ਰਿਟੈਲੀਏਟ ਕਰ ਰਿਹਾ ਹੈ, ਕੁਝ ਚੀਜ਼ਾਂ ਇੰਡੀਆ ਵੀ ਕਰ ਰਿਹਾ ਹੈ। ਤੁਸੀਂ ਦੇਖੋਗੇ ਕਿ ਆਪਾਂ ਇਹਨੂੰ ਥੋੜਾ ਜਿਹਾ ਹੋਰ ਡਿਸਕਸ ਕਰ ਲੈਂਦੇ ਹਾਂ। ਚਾਈਨਾ ਜਿਹੜਾ ਹੈਗਾ ਪਾਕਿਸਤਾਨ ਇਕਨੋਮਿਕ ਕੋਰੀਡੋਰ, ਦੇਖੋ ਇਹ 3000 ਕਿਲੋਮੀਟਰ ਲੰਬੀ ਜਿਹੜੀ ਰੋਡ ਹੈ, ਠੀਕ ਹੈ ਨਾ। ਇਹਦੇ ਵਿੱਚ ਇਹ ਸ਼ਿੰਗਜਿਆਂਗ ਪ੍ਰੋਵਿੰਸ ਨੂੰ ਜਿਵੇਂ ਆਪਾਂ ਡਿਸਕਸ ਕੀਤਾ ਹੈ ਜੋੜ ਰਹੇ ਹੈ। ਤਾਂ ਸ਼ਿੰਗਜਿਆਂਗ ਪ੍ਰੋਵਿੰਸ ਇੱਕ ਵੀਗਰ ਆਟੋਨੋਮਸ ਰੀਜਨ ਹੈ ਜਿਹੜਾ ਗਵਾਦਰ ਪੋਰਟ ਨੂੰ ਵੈਸਟਰਨ ਪਾਕਿਸਤਾਨ ਦੇ ਨਾਲ ਜੋੜਦਾ ਹੈ ਬਲੋਚਿਸਤਾਨ ਦੇ ਥਰੂ। ਇਹ ਬਾਇਲੈਟਰਲ ਪ੍ਰੋਜੈਕਟ ਹੈ, ਠੀਕ ਹੈ। ਆਈ ਐਮ ਟਾਕਿੰਗ ਅਬਾਊਟ ਦਿਸ। ਇਹ ਬਾਇਲੈਟਰਲ ਪ੍ਰੋਜੈਕਟ ਹੈ। ਸੀਪੈਕ ਐਂਡ ਪਾਕਿਸਤਾਨ ਤੇ ਚਾਈਨਾ ਹੀ ਇਹਦੇ ਵਿੱਚ ਜਿਹੜਾ ਹੈਗਾ ਰੋਲ ਪਲੇ ਕਰ ਰਹੇ ਆ। ਬਾਇਲੈਟਰ ਦਾ ਮਤਲਬ ਦੋ ਕੰਟਰੀਆਂ ਦੇ ਵਿੱਚ ਹੈ। ਇੱਥੇ ਹਾਈਵੇਜ਼, ਰੇਲਵੇਜ਼, ਪਾਈਪਲਾਈਨਸ ਵਗੈਰਾ ਬਣਾ ਰਹੇ ਆ ਇਹ। ਐਂਡ ਇਹ ਮਿਡਲ ਈਸਟ ਅਫਰੀਕਾ ਗਵਾਦਰ ਪੋਰਟ, ਠੀਕ ਹੈ ਨਾ, ਤਾਂ ਪੂਰੇ ਏਰੀਏ ਨੂੰ ਇਹ ਜੋੜ ਰਿਹਾ ਹੈ, ਠੀਕ ਹੈ ਨਾ, ਇੰਡੀਅਨ ਓਸ਼ਨ ਨਾਲ ਵੀ ਜੋੜ ਰਿਹਾ। ਤਾਂ ਦੇਖੋ ਪਾਕਿਸਤਾਨ ਜਿਹੜੀ ਆਕੂਪਾਈਡ ਹੈ ਕਸ਼ਮੀਰ ਟੈਰੀਟਰੀ ਹੈ ਗਿਲਗਿਟ ਬਲਟਿਸਤਾਨ, ਵੀ ਆਲਰੇਡੀ ਡਿਸਕਸਡ, ਉਹਦੇ ਵਿੱਚ ਦੀ ਇਹਨੂੰ ਲੰਘਾਇਆ ਜਾ ਰਿਹਾ ਹੈ। ਚਾਹੇ ਇੰਡੀਆ ਦੇ ਲਈ ਬਹੁਤ ਵੱਡਾ ਕੰਸਰਨ ਹੈ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਗੱਲ ਆ ਜਾਂਦੀ ਹੈ ਡਿਸਕਸ ਕਰਨ ਵਾਲੀ, ਉਹ ਆ ਜਾਂਦਾ ਹੈ ਕਿ ਚਾਈਨਾ ਨੇ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ
ਡਰ ਆ ਇੰਡੀਆ ਦੇ ਲਈ ਉਹ ਇਹ ਹੈ ਕਿ ਇਹ ਸਟਰਿੰਗ ਆਫ ਪਰਲਸ ਬਣਾ ਰਹੇ ਆ, ਮਤਲਬ ਜਿਹੜੀ ਹੈਗੀ ਆ ਇੰਡੀਆ ਨੂੰ ਘੇਰ ਰਹੀ ਆ ਮਿਲਟਰੀ ਬੇਸ ਬਣਾ ਕੇ। ਦੇਖੋ ਮਿਆਂਮਾਰ ਦੇ ਵਿੱਚ ਬਣਾ ਰੱਖਿਆ ਇਹਨਾਂ ਨੇ, ਬੰਗਲਾਦੇਸ਼ ਦੇ ਵਿੱਚ ਚਿਟਾਗੋਂਗ ਬਣਾ ਰੱਖਿਆ, ਸ਼੍ਰੀਲੰਕਾ ਦੇ ਵਿੱਚ ਹੰਬਨ ਟੋਟਾ ਪੋਰਟ ਹੈ, ਮਾਲਦੀਵਸ ਦੇ ਵਿੱਚ ਸ਼ੀਸ਼ੈਲਸ, ਤੰਜਾਨੀਆ, ਕੀਨੀਆ, ਡਿਜੀਬੂਟੀ, ਓਮਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਗਵਾਦਰ ਪੋਰਟ। ਤਾਂ ਇੰਡੀਆ ਨੂੰ ਇਹਨਾਂ ਨੇ ਮਿਲਟਰੀ ਬੇਸ ਬਣਾ ਕੇ ਘੇਰ ਰੱਖਿਆ ਹੈ। ਬਟ ਇਹ ਇਸ ਨੂੰ ਕਹਿ ਰਹੇ ਆ ਕਿ ਇਹ ਓਨਲੀ ਇਕਨੋਮਿਕ ਕੰਸੈਪਟ ਹੈ, ਇਕਨੋਮਿਕ ਪ੍ਰੋਜੈਕਟ ਕਹਿ ਲਓ, ਇਕਨੋਮਿਕ ਪ੍ਰੋਜੈਕਟ ਹੈ ਜਸਟ ਟੂ ਮੇਕ ਦੀ ਟ੍ਰੇਡ ਈਜ਼ੀਅਰ, ਠੀਕ ਹੈ, ਵਿਦ ਯੂਰਪੀਅਨ ਕੰਟਰੀਜ਼, ਸੈਂਟਰਲ ਏਸ਼ੀਅਨ ਕੰਟਰੀਜ਼ ਐਂਡ ਅਦਰ ਮਿਡਲ ਈਸਟ ਕੰਟਰੀਜ਼। ਬਟ ਅਸਲ ਦੇ ਵਿੱਚ ਇੰਡੀਆ ਇਸ ਨੂੰ ਦੇਖ ਰਿਹਾ ਕਿ ਇਹ ਇੰਡੀਆ ਨੂੰ ਘੇਰਨ ਦੀ ਪਾਲਿਸੀ ਹੈ ਕਿ ਕੱਲ੍ਹ ਨੂੰ ਅਗਰ ਕੁਛ ਵੀ ਗੜਬੜ ਹੁੰਦੀ ਹੈ ਇੰਡੀਆ ਚਾਈਨਾ ਦੇ ਵਿੱਚ ਤਾਂ ਇੰਡੀਆ ਨੂੰ ਆਰਾਮ ਨਾਲ ਜਿਹੜਾ ਹੈਗਾ ਉਹ ਮਤਲਬ ਕਿ ਕਨਫਾਈਨਡ ਕੀਤਾ ਜਾ ਸਕੇ। ਦੇਖੋ ਇਹਦੇ ਵਿੱਚ ਪਾਕਿਸਤਾਨ ਦਾ ਫਾਇਦਾ ਹੋ ਰਿਹਾ। ਰੌਲਾ ਇਹ ਹੈ ਕਿ ਇੰਡੀਆ ਜੁਆਇਨ ਕਰੇ ਇਸ ਨੂੰ ਕਿ ਨਾ ਕਰੇ। ਇੰਡੀਆ ਕਿਸ ਨੂੰ ਰੋਕ ਤਾਂ ਪਾ ਨਹੀਂ ਰਿਹਾ। ਜਿੰਨੇ ਵੀ ਨੇਬਰਿੰਗ ਕੰਟਰੀਜ਼ ਨੇ ਇੰਡੀਆ ਦੇ ਉਹ ਸਾਰੇ ਜੁਆਇਨ ਕਰ ਚੁੱਕੇ ਨੇ, ਸਿਰਫ ਭੂਟਾਨ ਹੀ ਬਚਿਆ। ਤਾਂ ਇਸ ਕਰਕੇ ਇੰਡੀਆ ਇਕੱਲਾ ਕੁਛ ਨਹੀਂ ਕਰ ਪਾ ਰਿਹਾ, ਇੰਡੀਆ ਜੁਆਇਨ ਨਹੀਂ ਕਰ ਰਿਹਾ ਇਸ ਨੂੰ, ਕਿਉਂਕਿ ਇਹ ਆਪਣੇ ਲਈ ਇੰਡੀਅਨ ਸੋਵਰੇਨਟੀ ਦਾ ਸਵਾਲ ਹੈ। ਸੋ ਬਟ ਕਰੇ ਕੀ ਇੰਡੀਆ ਇਸ ਨੂੰ, ਮਤਲਬ ਕਿ ਰਿਟੈਲੀਏਟ ਕਿੱਦਾਂ ਕਰੇ, ਠੀਕ ਹੈ। ਤਾਂ ਉਹਦੇ ਲਈ ਇੰਡੀਆ ਆਪਣੇ ਕਾਫੀ ਆਪਦੇ ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ, ਜਿਵੇਂ ਸਾਗਰਮਾਲਾ ਪ੍ਰੋਜੈਕਟ ਹੋ ਗਿਆ, ਰਾਈਟ, ਅਤੇ ਆਪਣਾ ਜਿਹੜਾ ਹੋਰ ਪ੍ਰੋਜੈਕਟ ਹੋ ਗਏ ਰੋਡਸ ਨੂੰ ਮਤਲਬ ਕਿ ਬਿਲਡ ਕਰ ਰਿਹਾ ਹੈ, ਪ੍ਰੋਜੈਕਟ ਮੌਸਮ ਨੂੰ ਕਰ ਰਿਹਾ ਹੈ, ਠੀਕ ਹੈ ਨਾ, ਪ੍ਰੋਜੈਕਟ ਮੌਸਮ ਲੈ ਕੇ ਆ ਰਿਹਾ ਹੈ, ਇੱਕ ਸੌਫਟ ਪਾਵਰ ਡਿਪਲੋਮੇਸੀ ਹੈ, ਐਂਡ ਸਾਗਰਮਾਲਾ ਪ੍ਰੋਜੈਕਟ ਲੈ ਕੇ ਆ ਰਿਹਾ ਹੈ। ਚਬਾਹਰ ਪੋਰਟ ਬਣਾਈ ਹੈ, ਦੇਖੋ ਚਬਾਹਰ ਪੋਰਟ ਬਣਾਈ ਹੈ ਇੰਡੀਆ ਨੇ। ਤੁਸੀਂ ਇੰਡੀਆ ਦਾ ਵੀ ਦੇਖ ਲਓ ਥੋੜ੍ਹਾ ਜਿਹਾ, ਇੰਡੀਆ ਕੀ ਕਰ ਰਿਹਾ ਰਿਟੈਲੀਏਟ ਇਸ ਲਈ। ਤਾਂ ਇਹ ਮੰਗੋਲੀਆ ਦੇ ਵਿੱਚ ਬੇਸ ਬਣਾਇਆ, ਜਾਪਾਨ ਦੇ ਵਿੱਚ, ਵੀਅਤਨਾਮ, ਸਿੰਗਾਪੁਰ, ਇੰਡੋਨੇਸ਼ੀਆ, ਅਜੰਪਸ਼ਨ ਜਿਹੜੀ ਹੈਗੀ ਆ ਆਈਲੈਂਡ ਸੀਸ਼ੈਲ ਦੇ ਵਿੱਚ, ਦੁੱਕਮ ਓਮਾਨ ਦੇ ਵਿੱਚ, ਚਬਾਹਰ ਪੋਰਟ ਬਣਾ ਰਿਹਾ ਈਰਾਨ ਦੇ ਵਿੱਚ, ਠੀਕ ਹੈ ਨਾ, ਪਾਕਿਸਤਾਨ ਨੂੰ ਬਾਈਪਾਸ ਕਰਨ ਦੇ ਲਈ ਕਿ ਸਿੱਧਾ ਆਪਾਂ ਜਿਹੜਾ ਹੈਗਾ ਈਰਾਨ ਅਤੇ ਜਿਹੜਾ ਹੈਗਾ ਸੈਂਟਰਲ ਏਸ਼ੀਅਨ ਕੰਟਰੀਜ਼ ਯੂਰਪ ਉਹਨਾਂ ਨਾਲ ਕਨੈਕਟ ਕਰ ਪਾ ਰਿਹਾ ਇੰਡੀਆ। ਸੋ ਇੱਦਾਂ ਜਿਹੜਾ ਹੈਗਾ OR ਨੂੰ ਇੰਡੀਆ ਵੀ ਜਿਹੜਾ ਹੈਗਾ ਬਾਈਪਾਸ ਕਰ ਰਿਹਾ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਇੰਡੀਆ। ਸੋ ਇਹ ਸੀ ਪੂਰਾ ਖਿਚੜੀ। ਇਸ ਤੋਂ ਇਲਾਵਾ ਜਿਹੜਾ ਆਪਣਾ ਲੈਂਡ ਡਿਸਪਿਊਟ ਆ ਤੁਸੀਂ ਉਹ ਦੇਖ ਲਓ। ਦੇਖੋ ਆਹ ਤੱਕ ਆਪਣਾ ਪਾਕਿਸਤਾਨ ਨਾਲ ਤਾਂ ਹੈ ਹੀ ਹੈ, ਠੀਕ ਹੈ ਨਾ, ਜਿਹੜਾ ਕਸ਼ਮੀਰ ਐਡਮਿਨਿਸਟਰਡ ਏਰੀਆ। ਉਸ ਤੋਂ ਬਾਅਦ ਦੇਖੋ ਤੁਸੀਂ ਆਹ ਜਿਹੜਾ ਤੁਹਾਨੂੰ ਰੈੱਡ ਏਰੀਆ ਦਿਖ ਰਿਹਾ ਹੈ, ਇਹ ਏਰੀਆ ਪਾਕਿਸਤਾਨ ਦੇ ਅੰਡਰ ਸੀ ਅਤੇ ਇਸਨੇ ਚਾਈਨਾ ਨੂੰ ਗਿਫਟ ਕੀਤਾ ਹੋਇਆ। ਦੇਖੋ ਆਹ ਏਰੀਆ ਚਾਈਨਾ ਹੈਲਡ ਕਰਦਾ ਇਹਨੂੰ, ਐਕਸਾਈ ਚੇਨ, ਇਹ ਵੀ ਡਿਸਪਿਊਟਡ ਹੈ, ਆਹ ਵਾਲਾ ਵੀ ਡਿਸਪਿਊਟਡ ਏਰੀਆ, ਆਹ ਵਾਲਾ ਵੀ ਡਿਸਪਿਊਟਡ ਏਰੀਆ, ਠੀਕ ਹੈ। ਐਂਡ ਉਸ ਤੋਂ ਬਾਅਦ ਤਵਾਂਗ, ਤੁਸੀਂ ਪਤਾ ਹੋਊਗਾ ਤੁਹਾਨੂੰ, ਜਿਹੜਾ ਹੈਗਾ ਡਿਸਟ੍ਰਿਕਟ, ਉੱਥੇ ਪ੍ਰੋਬਲਮ ਰਹਿੰਦੀ ਹੈ। ਦੇਖੋ ਜਿਹੜੀ ਚਾਈਨਾ ਦੇ ਨਾਲ ਜਿਹੜਾ ਆਪਣਾ ਬਾਰਡਰ ਹੈ ਉਹਨੂੰ, ਉਹ ਲਾਈਨ ਨੂੰ ਬੋਲਦੇ ਆ ਮੈਕਮੋਹਨ ਲਾਈਨ। ਜਿਹੜਾ ਪਾਕਿਸਤਾਨ ਨਾਲ ਆ ਉਹਨੂੰ ਬੋਲਦੇ ਆ ਰੈੱਡ ਕਲਿਫ ਲਾਈਨ, ਠੀਕ ਹੈ ਜੀ। ਰੈੱਡ ਕਲਿਫ ਕਮਿਸ਼ਨ ਸੀ, ਠੀਕ ਹੈ ਨਾ, ਉਹ ਅੰਗਰੇਜ਼ ਜਿਸ ਨੇ ਇਹ ਲਾਈਨ ਖਿੱਚੀ ਐਂਡ ਪੂਰਾ ਰੌਲਾ ਪਿਆ। ਉਸ ਤੋਂ ਬਾਅਦ ਜਿਹੜਾ ਅਫਗਾਨਿਸਤਾਨ ਅਤੇ ਪਾਕਿਸਤਾਨ ਦਾ ਬਾਰਡਰ ਆ ਉਸ ਲਾਈਨ ਨੂੰ ਬੋਲਦੇ ਆ ਡੁਰੈਂਡ ਲਾਈਨ। ਕੀ ਬੋਲਦੇ ਆ? ਡੁਰੈਂਡ ਲਾਈਨ। ਸੋ ਇਹ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ, ਆਹ ਵਾਲਾ ਏਰੀਆ, ਆਹ ਵਾਲਾ ਏਰੀਆ, ਠੀਕ ਹੈ ਨਾ, ਇੱਥੇ ਤਵਾਂਗ ਡਿਸਟ੍ਰਿਕਟ ਹੈ। ਉਸ ਤੋਂ ਬਾਅਦ ਅਕਸਾਈ ਚਿਨ ਅਤੇ ਆਹ ਸਾਰਾ ਡਿਸਪਿਊਟਡ ਏਰੀਆ ਹੈ ਆਪਣਾ ਚਾਈਨਾ ਅਤੇ ਪਾਕਿਸਤਾਨ ਨਾਲ। ਇਹ ਪੂਰਾ ਰੌਲੇ ਦੀ ਜੜ ਹੈ। ਇਸ ਕਰਕੇ UN ਦੇ ਵਿੱਚ ਲੈ ਕੇ ਗਏ ਸੀ ਜਵਾਹਰ ਲਾਲ ਨਹਿਰੂ, ਬਟ ਉੱਥੇ ਸੋਲਵ ਨਹੀਂ ਹੋਇਆ ਕਿਉਂਕਿ ਚਾਈਨਾ ਪਰਮਾਨੈਂਟ ਮੈਂਬਰ ਹੈ ਸਿਕਿਉਰਿਟੀ ਕੌਂਸਲ ਦੇ ਵਿੱਚ ਅਤੇ ਉਸਨੇ ਵੀਟੋ ਕੀਤਾ ਹੋਇਆ ਉਸਨੂੰ। ਚਲੋ ਇਹ ਸੀ ਪੂਰੀ ਸਟੋਰੀ। ਹੋਪਸੋ ਤੁਹਾਨੂੰ ਥੋੜ੍ਹਾ ਬਹੁਤਾ ਜਿਹੜਾ ਹੈਗਾ ਸਮਝ ਲੱਗਿਆ ਹੋਊਗਾ ਚਾਈਨਾ ਅਤੇ ਇੰਡੀਆ ਦਾ ਰਿਲੇਸ਼ਨ ਹਰ ਪਰਸਪੈਕਟਿਵ ਤੋਂ, ਠੀਕ ਹੈ। ਤੁਸੀਂ ਕਮੈਂਟ ਕਰਕੇ ਦੱਸੋ ਕਿ ਇੰਡੀਆ ਨੂੰ ਜੁਆਇਨ ਕਰਨਾ ਚਾਹੀਦਾ OR ਨੂੰ ਜਾਂ ਨਹੀਂ, ਠੀਕ ਹੈ। ਇਹ ਤੁਸੀਂ ਕਮੈਂਟ ਦੇ ਵਿੱਚ ਆਪਦੇ ਵਿਚਾਰ ਦੱਸ ਸਕਦੇ ਹੋ। ਚਲੋ ਆਪਣਾ ਅਗਲਾ ਈਡੀਅਮ ਕਰਦੇ ਹਾਂ, ਬਲੋ ਵਨਸ ਓਨ ਟਰੰਪਟ ਟੂ ਸਪੀਕ ਪ੍ਰਾਊਡਲੀ ਆਫ ਵਨਸ ਅਚੀਵਮੈਂਟ। ਮਤਲਬ ਕਿ ਆਪਣੀਆਂ ਅਚੀਵਮੈਂਟ ਬਾਰੇ ਬਹੁਤ ਹੀ ਮਾਣ ਨਾਲ ਗੱਲ ਕਰਨੀ। ਸੈਂਟੈਂਸ ਦੇਖੋ, ਦੀ ਆਪੋਜੀਸ਼ਨ ਰੈਗੂਲਰਲੀ ਅਲੈਜਸ ਦੈਟ ਪ੍ਰਾਈਮ ਮਿਨਿਸਟਰ ਕੀਪਸ ਬਲੋਇੰਗ ਹਿਜ਼ ਓਨ ਟਰੰਪਟ। ਮਤਲਬ ਜਿਹੜੇ ਆਪਣੀ ਵਿਰੋਧੀ ਦਲ ਆ ਉਹ ਕਹਿੰਦਾ ਕਿ ਪ੍ਰਾਈਮ ਮਿਨਿਸਟਰ ਆ ਜਿਹੜਾ ਉਹ ਕੀ ਕਰ ਰਿਹਾ, ਆਪਣੀ ਹੀ ਜੈ ਜੈਕਾਰ ਕਰਵਾ ਰਿਹਾ, ਠੀਕ ਹੈ ਨਾ, ਹਰ ਟਾਈਮ ਆਪਦੀ ਅਚੀਵਮੈਂਟਸ ਦੀ ਹੀ ਜਿਹੜੇ ਹੈਗੇ ਗੁਣਗਾਨ ਗਾਉਂਦਾ ਰਹਿੰਦਾ। ਤਾਂ ਉਹਨੂੰ ਬੋਲਦੇ ਆ ਬਲੋ ਵਨਸ ਓਨ ਟਰੰਪਟ। ਉਸ ਤੋਂ ਬਾਅਦ ਬਲੋ ਓਵਰ, ਟੂ ਐਂਡ, ਟੂ ਐਕਸਟਿੰਗੁਇਸ਼, ਟਰਮੀਨੇਟ, ਠੀਕ ਹੈ ਨਾ, ਖਤਮ ਕਰਨਾ, ਮਤਲਬ ਕਿ ਬੁਝਾ ਦੇਣਾ।
ਸੈਂਟੈਂਸ ਦੀ ਜੌਬਲੈਸ ਗਰੋਥ ਸੁਨਾਮੀ ਇਜ਼ ਐਕਸਪੈਕਟਡ ਟੂ ਬਲੋ ਓਵਰ ਸੂਨ, ਠੀਕ ਹੈ ਨਾ। ਇਹ ਜਿਹੜੀ ਜੌਬਲੈਸ ਗਰੋਥ ਹੋ ਰਹੀ ਹੈ ਇਹ ਜਲਦੀ ਹੀ ਖਤਮ ਹੋ ਜਾਊਗੀ, ਠੀਕ ਹੈ। ਮਤਲਬ ਕਿ ਆਪਾਂ ਨੂੰ ਪਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਚੁੱਕੀ ਹੈ ਐਂਡ ਜਿਹੜੀਆਂ ਜੌਬਸ ਨੇ ਉਹ ਬਿਲਕੁਲ ਖਤਮ ਹੋ ਰਹੀਆਂ, ਠੀਕ ਹੈ। ਐਂਡ ਇਸ ਨੂੰ ਤੁਸੀਂ ਕਰੋਨਾ ਵਾਇਰਸ ਕਾਲ ਦੇ ਜਿਹੜਾ ਪੀਰੀਅਡ ਸੀ ਉਹਦੇ ਜ਼ਰੀਏ ਵੀ ਸਮਝ ਸਕਦੇ ਹੋ ਕਿ ਉਸਨੇ ਵੀ ਜਿਹੜੀ ਹੈਗੀ ਆ ਜੌਬਲੈਸਨੈਸ ਜਿਹੜੀ ਕੰਟਰੀ ਦੇ ਵਿੱਚ ਪੈਦਾ ਕੀਤੀ ਸੀ, ਜੌਬਲੈਸਨੈਸ, ਠੀਕ ਹੈ ਜੀ। ਤਾਂ ਇਹ ਕੀ ਕਿਹਾ ਗਿਆ ਇਹਦੇ ਵਿੱਚ ਸੈਂਟੈਂਸ ਦੇ ਵਿੱਚ ਕਿੱਦਾਂ ਯੂਜ਼ ਕੀਤਾ ਬਲੋ ਓਵਰ ਨੂੰ, ਦੀ ਜੌਬਲੈਸ ਗਰੋਥ ਸੁਨਾਮੀ, ਠੀਕ ਹੈ ਨਾ। ਇਹ ਜਿਹੜੀ ਏਡੀ ਵੱਡੀ ਸੁਨਾਮੀ ਆ ਜੌਬਲੈਸਨੈਸ ਗਰੋਥ ਦੀ, ਇਹ ਜਲਦੀ ਹੀ ਖਤਮ ਹੋ ਜਾਊਗੀ, ਐਕਸਪੈਕਟਡ ਹੈ। ਅੱਗੇ ਦੇਖਦੇ ਹਾਂ, ਬਹੁਤ ਹੀ ਇੰਪੋਰਟੈਂਟ ਜਿਹੜੇ ਈਡੀਅਮਸ ਐਂਡ ਫਰੇਜ਼ਸ ਲਏ ਆ ਦੋਸਤੋ, ਧਿਆਨ ਨਾਲ ਸਮਝਦੇ ਜਾਓ, ਕਰਦੇ ਜਾਓ ਐਂਡ ਹਰ ਕੰਪੀਟੀਸ਼ਨ ਪੇਪਰ ਦੇ ਵਿੱਚ ਤੁਹਾਨੂੰ ਕੰਮ ਆਉਣਗੇ, ਠੀਕ ਹੈ ਜੀ। ਬੋਲਟ ਫਰੋਮ ਦੀ ਬਲੂ, ਠੀਕ ਹੈ ਨਾ, ਬੋਲਟ ਫਰੋਮ ਦੀ ਬਲੂ, ਅ ਸਡਨ ਸ਼ੌਕ ਔਰ ਕੈਲਾਮਿਟੀ, ਮਤਲਬ ਕੋਈ ਕੁਦਰਤੀ ਆਫਤ ਆ ਜਾਣੀ ਜਾਂ ਸਡਨ ਕੋਈ ਮਤਲਬ ਕਿ ਸ਼ੌਕ ਹੋਣਾ। ਸੈਂਟੈਂਸ ਕੀ ਹੈ, ਦੀ ਕਲੈਪਸ ਆਫ ਸੀਰੀਅਨ ਰਜੀਮ ਵਾਜ਼ ਅ ਬੋਲਟ ਫਰੋਮ ਦੀ ਬਲੂ। ਦੇਖੋ ਸੀਰੀਅਨ ਰਜੀਮ ਦਾ ਇੱਕਦਮ ਡਿੱਗ ਜਾਣਾ, ਇਹ ਕੀ ਹੈ, ਵਾਜ਼ ਅ ਬੋਲਟ ਫਰੋਮ ਦੀ ਬਲੂ, ਸਡਨ ਸ਼ੌਕ ਦੇਣ ਵਾਲੀ ਚੀਜ਼ ਹੈ। ਜਾਂ ਆਪਾਂ ਇਹ ਲਿਖ ਸਕਦੇ ਹਾਂ, ਦੀ ਕਲੈਪਸ ਆਫ ਦੀ ਅਫਗਾਨਿਸਤਾਨ ਗਵਰਨਮੈਂਟ, ਠੀਕ ਹੈ, ਬਾਏ ਦੀ ਤਾਲਿਬਾਨ ਵਾਜ਼ ਅ ਬੋਲਟ ਫਰੋਮ ਦੀ ਬਲੂ। ਸੋ ਇਦਾਂ ਆਪਾਂ ਸੈਂਟੈਂਸ ਬਣਾ ਸਕਦੇ ਹਾਂ। ਅੱਗੇ ਦੇਖੋ, ਬੋਨ ਆਫ ਕੰਟੈਂਸ਼ਨ, ਬੋਨ ਆਫ ਕੰਟੈਂਸ਼ਨ ਅ ਕਾਜ਼ ਆਫ ਕੁਰਲ, ਕੁਰਲ ਹੁੰਦੀ ਹੈ ਜੀ ਲੜਾਈ, ਛੋਟੀ ਮੋਟੀ ਲੜਾਈ ਝਗੜਾ, ਕਰਪਿਸ਼ਸ, ਠੀਕ ਹੈ। ਤਾਂ ਬੋਨ ਆਫ ਕੰਟੈਂਸ਼ਨ ਦਾ ਮਤਲਬ ਕੀ ਹੋ ਗਿਆ ਕਿ ਜਿਹੜੀ ਹੈਗੀ ਆ ਲੜਾਈ ਦੀ ਜੜ। ਸੈਂਟੈਂਸ ਕੀ ਬਣਾਵਾਂਗੇ, ਦੀ ਵੇ ਦੀ ਗਰੁੱਪ ਸ਼ੁੱਡ ਬੀ ਰਨ become a bone of contention between Ratan Tata and Cyrus Mistry leading to a collapse of mutual faith। ਦੇਖੋ ਰਤਨ ਟਾਟਾ ਤੇ ਸਾਇਰਸ ਮਿਸਤਰੀ CEO ਰਹੇ ਨੇ ਪਿੱਛੇ ਜਿਹਨਾਂ ਦੀ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ, ਠੀਕ ਹੈ। ਤਾਂ ਕੀ ਹੈ ਕਿ ਜਿਹੜੇ ਹਿਸਾਬ ਨਾਲ ਜਿਹੜਾ ਗਰੁੱਪ ਹੈ ਇਹ ਟਾਟਾ ਦਾ ਚਲਾਇਆ ਜਾ ਰਿਹਾ, ਇੱਕ ਬੋਨ ਆਫ ਕੰਟੈਂਸ਼ਨ ਬਣਦੀ ਜਾ ਰਹੀ ਸੀ ਰਤਨ ਟਾਟਾ ਦੇ ਵਿੱਚ ਤੇ ਸਾਇਰਸ ਮਿਸਤਰੀ ਦੇ ਵਿੱਚ, ਠੀਕ ਹੈ ਨਾ। ਤਾਂ ਇਸ ਨੇ ਕੀ ਕੀਤਾ, ਮਿਊਚੁਅਲ ਫੇਥ ਨੂੰ ਖਤਮ ਕੀਤਾ। ਸੋ ਇਦਾਂ ਆਪਾਂ ਯੂਜ਼ ਕਰ ਸਕਦੇ ਹਾਂ ਬੋਨ ਆਫ ਕੰਟੈਂਸ਼ਨ ਨੂੰ, ਮਤਲਬ ਬੋਨ ਆਫ ਕੰਟੈਂਸ਼ਨ ਰੌਲੇ ਦੀ ਜੜ, ਠੀਕ ਹੈ। ਬ੍ਰੇਕ ਡਾਊਨ, ਮੈਂਟਲ ਔਰ ਨਰਵਸ ਕਲੈਪਸ ਆਫ ਅ ਪਰਸਨ, ਮਤਲਬ ਕਿਸੇ ਬੰਦੇ ਦਾ ਮੈਂਟਲੀ ਅਪਸੈਟ ਹੋ ਜਾਣਾ ਜਾਂ ਬਹੁਤ ਜ਼ਿਆਦਾ ਨਰਵਸ ਹੋ ਜਾਣਾ, ਉਹਨੂੰ ਬੋਲਾਂਗੇ ਆਪਾਂ ਬ੍ਰੇਕ ਡਾਊਨ। ਸੈਂਟੈਂਸ ਕੀ ਹੈ, ਕ੍ਰਿਮੀਨਲ ਬ੍ਰੋਕ ਡਾਊਨ ਅੰਡਰ ਇਨਸੈਸੈਂਟ ਇੰਟਰੋਗੇਸ਼ਨ, ਠੀਕ ਹੈ ਨਾ। ਮਤਲਬ ਕਿ ਸ਼ੁਰੂਆਤੀ ਇੰਟਰੋਗੇਸ਼ਨ ਦੇ ਵਿੱਚ ਹੀ ਜਿਹੜਾ ਕ੍ਰਿਮੀਨਲ ਸੀ ਉਹ ਮੈਂਟਲੀ ਜਿਹੜਾ ਹੈਗਾ ਕਲੈਪਸ ਹੋ ਗਿਆ, ਠੀਕ ਹੈ ਨਾ, ਬਹੁਤ ਜ਼ਿਆਦਾ ਨਰਵਸ ਹੋ ਗਿਆ, ਹੈਜ਼ੀਟੇਟ ਹੋ ਗਿਆ। ਨੈਕਸਟ ਦੇਖਦੇ ਹਾਂ ਜੀ, ਬ੍ਰਿੰਗ ਅਪ। ਦੇਖੋ ਬ੍ਰਿੰਗ ਅਪ ਕੀ ਹੈ, ਟੂ ਰੀਅਰ ਦੀ ਚਿਲਡਰਨ, ਮਤਲਬ ਬੱਚਿਆਂ ਨੂੰ ਪਾਲਣਾ। ਟੂ ਸਟਾਰਟ ਅ ਟੌਪਿਕ ਫॉर ਡਿਸਕਸ਼ਨ, ਕਿਸੇ ਟੌਪਿਕ ਨੂੰ ਡਿਸਕਸ ਕਰਨ ਦੇ ਲਈ ਸਟਾਰਟ ਕਰਨਾ। ਸੈਂਟੈਂਸ ਦੇਖੋ, ਦੀ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਹੈਵ ਬੀਨ ਰੈਗੂਲਰਲੀ ਬ੍ਰਿੰਗਿੰਗ ਅਪ ਦੀ ਇਸ਼ੂ ਆਫ ਪਾਵਰਟੀ ਇਨ ਸਰਟਨ ਡਿਸਟ੍ਰਿਕਟਸ ਡਿਸਪਾਈਟ ਹਿਊਜ ਫੰਡਸ ਬੀਇੰਗ ਅਲੋਟਡ ਰੈਗੂਲਰਲੀ। ਬਾਵਜੂਦ ਇਸ ਚੀਜ਼ ਦੇ ਕੇ ਟਾਰਗੇਟਡ ਜਿਹੜਾ ਹੈਗਾ ਡਿਸਟਰੀਬਿਊਸ਼ਨ ਹੋ ਰਿਹਾ ਮਨੀ ਦਾ, ਫਿਰ ਵੀ ਬਹੁਤ ਸਾਰੇ ਡਿਸਟ੍ਰਿਕਟਸ ਨੇ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਗਰੀਬੀ ਹੈ ਐਂਡ NGOs ਨੇ ਜਿਹੜੀਆਂ ਇੰਡੀਆ ਦੇ ਵਿੱਚ ਕੰਮ ਕਰ ਰਹੀਆਂ, ਵਾਰ-ਵਾਰ ਇੱਦਾਂ ਦੀ ਪਾਵਰਟੀ ਦੇ ਇਸ਼ੂਜ਼ ਨੂੰ ਜਿਹੜਾ ਹੈਗਾ ਬ੍ਰਿੰਗ ਅਪ ਕਰ ਰਹੀਆਂ ਨੇ, ਠੀਕ ਹੈ ਨਾ, ਉਹਨਾਂ ਦੇ ਡਿਸਕਸ਼ਨ ਸਟਾਰਟ ਕਰ ਰਹੀਆਂ ਨੇ, ਠੀਕ ਹੈ ਗੱਲ, ਕਿਉਂਕਿ ਪਾਵਰਟੀ ਦੂਰ ਹੀ ਨਹੀਂ ਹੋ ਰਹੀ। ਬਕਲ ਅੰਡਰ, ਨੈਕਸਟ ਹੈ ਜੀ, ਬਕਲ ਅੰਡਰ, ਟੂ ਐਕਸੈਪਟ ਅੰਡਰ ਪ੍ਰੈਸ਼ਰ ਟੂ ਗਿਵ ਇਨ, ਠੀਕ ਹੈ ਨਾ, ਕਿਸੇ ਚੀਜ਼ ਨੂੰ ਐਕਸੈਪਟ ਕਰ ਲੈਣਾ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ, ਉਹਨੂੰ ਬੋਲਾਂਗੇ ਆਪਾਂ ਬਕਲ ਅੰਡਰ। ਸੈਂਟੈਂਸ ਦੇਖੋ, ਇੰਡੀਆ ਹੈਜ਼ ਨਾਟ ਬਕਲਡ ਅੰਡਰ ਥ੍ਰੈਟਸ ਓਵਰ ਦੀ ਨਿਊਕਲੀਅਰ ਵੈਪਨਸ ਇਸ਼ੂਜ਼। India has not buckled under threats over the nuclear weapon issues and has developed indigenous technologies like this cryogenic engines on its own। ਤਾਂ ਕੀ ਹੈ ਕਿ ਭਾਰਤ ਦੇਸ਼ ਆਪਣਾ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ, ਠੀਕ ਹੈ ਨਾ, ਤਾਂ ਨਿਊਕਲੀਅਰ ਵੈਪਨਸ ਦੇ ਇਸ਼ੂ ਹੋ ਰਹੀਆਂ ਜਿਹੜੀਆਂ ਧਮਕੀਆਂ ਦੇਸ਼ ਦੇ ਲਈ, ਉਹਨਾਂ ਨੂੰ ਬਿਲਕੁਲ ਵੀ ਐਕਸੈਪਟ ਨਹੀਂ ਕਰ ਰਿਹਾ ਪ੍ਰੈਸ਼ਰ ਦੇ ਵਿੱਚ ਆ ਕੇ, ਐਂਡ ਆਪਣਾ ਖੁਦ ਦਾ ਜਿਹੜਾ ਟੈਕਨੋਲੋਜੀ ਹੈ ਕ੍ਰਾਇਓਜੈਨਿਕ ਇੰਜਨ ਦੀ, ਉਹ ਤਿਆਰ ਕਰ ਰਿਹਾ ਐਂਡ ਕਰ ਵੀ ਲਈ, ਠੀਕ ਹੈ ਨਾ ਗੱਲ ਜੀ। ਕ੍ਰਾਇਓਜੈਨਿਕ ਇੰਜਨ ਇੰਡੀਆ ਨੇ ਖੁਦ ਤਿਆਰ ਕੀਤਾ ਹੈ। ਇਹ ਟੈਕਨੋਲੋਜੀ ਕਿਸੇ ਵੀ ਕੰਟਰੀ ਨੇ ਇੰਡੀਆ ਨੂੰ ਨਹੀਂ ਦਿੱਤੀ। ਕਿਉਂਕਿ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਸਾਈਨ ਹੋਈ ਵੀ ਹੈ ਬਹੁਤ ਸਾਰੇ ਕੰਟਰੀਆਂ ਦੀ, ਜਿਹਦਾ ਮਤਲਬ ਹੈ ਕਿ ਕੋਈ ਵੀ ਕੰਟਰੀ, ਠੀਕ ਹੈ, ਨਿਊਕਲੀਅਰ ਟੈਕਨੋਲੋਜੀ ਕਿਸੇ ਵੀ ਕੰਟਰੀ ਨੂੰ ਜਿਹੜਾ ਹੈਗਾ ਨਹੀਂ ਦੇਊਗਾ, ਠੀਕ ਹੈ। ਬਟ ਇੰਡੀਆ ਨੇ ਆਪਣੇ ਆਪ ਹੀ ਤਿਆਰ ਕਰ ਲਈ। ਸੋ ਸਲੂਟ ਟੂ ਇੰਡੀਅਨ ਸਾਇੰਟਿਸਟਸ। ਅਗਲਾ ਦੇਖੋ, ਬਰਨਿੰਗ ਕੁਐਸਚਨ, ਐਨ ਇੰਪੋਰਟੈਂਟ ਕੁਐਸਚਨ ਔਰ ਟੌਪਿਕ ਆਫ ਦੀ ਡੇ, ਮਤਲਬ ਬਹੁਤ ਹੀ ਖਾਸ ਮਹੱਤਵਪੂਰਨ ਪ੍ਰਸ਼ਨ,
ਜਾਂ ਕਿਸੇ ਦਿਨ ਦਾ ਕੋਈ ਟੌਪਿਕ। ਸੈਂਟੈਂਸ ਦੇਖੋ, ਦੀ ਬਰਨਿੰਗ ਕੁਐਸਚਨ ਇਨ ਦੀ ਨੇਸ਼ਨ ਵਾਜ਼ ਵੈਦਰ ਈਵੀਐਮਸ ਕੁਡ ਬੀ ਟੈਂਪਰਡ ਵਿਦ। ਤਾਂ ਦੇਖੋ ਸਭ ਤੋਂ ਭਖਦਾ ਜਿਹੜਾ ਪ੍ਰਸ਼ਨ ਹੈ ਇੰਡੀਆ ਦੇ ਵਿੱਚ ਉਹ ਕੀ ਹੈ ਕਿ ਕੀ ਈਵੀਐਮ ਮਸ਼ੀਨਾਂ ਦੇ ਨਾਲ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਕਿ ਨਹੀਂ ਕੀਤੀ ਜਾ ਸਕਦੀ। ਦਿਸ ਇਜ਼ ਦੀ ਬਰਨਿੰਗ ਕੁਐਸਚਨ, ਕਿਉਂਕਿ ਜਿਹੜੀ ਵੀ ਪਾਰਟੀ ਹਾਰ ਜਾਂਦੀ ਹੈ ਉਹ ਤਾਂ ਈਵੀਐਮ ਦੇ ਉੱਤੇ ਮਤਲਬ ਕਿ ਆਪਣਾ ਦੋਸ਼ ਲਾਉਣਾ ਸ਼ੁਰੂ ਕਰ ਦਿੰਦੀ ਹੈ ਕਿ ਈਵੀਐਮ ਦੇ ਨਾਲ ਛੇੜਛਾੜ ਹੋਈ ਹੈ, ਇਸ ਕਰਕੇ ਪਾਰਟੀ ਜਿੱਤੀ ਹੈ, ਅਦਰਵਾਈਜ਼ ਸਾਨੂੰ ਤਾਂ ਵੋਟਾਂ ਹੀ ਬਹੁਤ ਪਈਆਂ ਸੀ। ਅਗਲਾ ਦੇਖੋ, ਬਾਏ ਫਾਰ, ਇਟ ਮੀਨਸ ਬਿਯੋਂਡ ਆਲ ਕੰਪੈਰੀਜ਼ਨ, ਜਿਹੜੀ ਚੀਜ਼ ਤੁਲਨਾ ਤੋਂ ਹੀ ਪਰੇ ਹੋਵੇ ਉਹਨੂੰ ਬੋਲਾਂਗੇ ਬਾਏ ਫਾਰ। ਸੈਂਟੈਂਸ ਕੀ ਹੈ, ਦਿਸ ਇਜ਼ ਦੀ ਮੋਸਟ ਡਿਸਾਈਸਿਵ ਗਵਰਨਮੈਂਟ ਬਾਏ ਫਾਰ। ਤਾਂ ਇਹ ਕੀ ਹੈ, ਹੁਣ ਤੱਕ ਦੀ ਸਭ ਤੋਂ ਮਤਲਬ ਕਿ ਵਧੀਆ ਸਰਕਾਰ ਹੈ ਵਿਚ ਮਸਟ ਪ੍ਰੂਵ ਦੀ ਫੇਥ ਪੀਪਲ ਹੈਵ ਰਿਪੋਜ਼ਡ ਇਨ ਇਟ ਰਿਪੀਟਡਲੀ। ਮਤਲਬ ਕਿ ਵਾਰ-ਵਾਰ ਦੇਖੋ, ਅਗਰ ਤੁਸੀਂ ਬੀਜੇਪੀ ਗਵਰਨਮੈਂਟ ਨੂੰ ਲੈ ਲਓਗੇ ਤਾਂ 2014 ਦੇ ਵਿੱਚ ਬਣੀ ਸੀ ਐਂਡ 2019 ਦੇ ਵਿੱਚ ਫਿਰ ਲੋਕਾਂ ਨੇ ਮੈਂਡੇਟ ਦਿੱਤਾ। ਤਾਂ ਕੀ ਹੈ ਕਿ ਦਿਸ ਇਜ਼ ਦੀ ਮੋਸਟ ਡਿਸਾਈਸਿਵ ਗਵਰਨਮੈਂਟ ਬਾਈ ਫਾਰ ਵਿਚ ਮਸਟ ਪ੍ਰੂਵ ਦੀ ਫੇਥ ਪੀਪਲ ਹੈਵ ਰਿਪੋਜ਼ਡ ਇਨ ਇਟ। ਤਾਂ ਕਿਸੇ ਦੇ ਵਿੱਚ ਵਿਸ਼ਵਾਸ ਕਰਨਾ ਉਹਨੂੰ ਬੋਲਦੇ ਆ ਰਿਪੋਜ਼ ਕਰਨਾ, ਠੀਕ ਹੈ ਨਾ। ਤਾਂ ਲੋਕਾਂ ਨੇ ਆਪਦਾ ਵਿਸ਼ਵਾਸ ਰਿਪੀਟਡਲੀ ਇਸ ਪਾਰਟੀ ਨੂੰ ਦਿੱਤਾ। ਸੋ ਇਦਾਂ ਆਪਾਂ ਸੈਂਟੈਂਸ ਬਣਾ ਸਕਦੇ ਹਾਂ, ਦਿਸ ਇਜ਼ ਦੀ ਮੋਸਟ ਡਿਸਾਈਸਿਵ ਗਵਰਨਮੈਂਟ ਬਾਈ ਫਾਰ ਵਿਚ ਮਸਟ ਪ੍ਰੂਵ ਦੀ ਫੇਥ ਪੀਪਲ ਹੈਵ ਰਿਪੋਜ਼ਡ ਇਨ ਇਟ ਰਿਪੀਟਡਲੀ। ਨੈਕਸਟ ਦੇਖੋ, ਬਾਈ ਹੁੱਕ ਔਰ ਬਾਈ ਕਰੁਕ, ਬਾਈ ਆਲ ਮੀਨਸ ਮਤਲਬ ਕਿ ਹਰ ਸੰਭਵ ਮਤਲਬ ਦੁਆਰਾ, ਫੇਅਰ ਐਂਡ ਫੋਲ, ਠੀਕ ਹੈ ਗੱਲ। ਸੈਂਟੈਂਸ ਦੇਖੋ, ਦੀ ਪਾਰਟੀ ਵਿਲ ਵਿਨ ਦਿਸ ਇਲੈਕਸ਼ਨ ਬਾਈ ਹੁੱਕ ਔਰ ਕਰੁਕ ਅਲੈਜਸ ਇਟਸ ਅ ਡਿਸਟਰੈਕਟਰਸ, ਠੀਕ ਹੈ ਨਾ। ਮਤਲਬ ਜਿਹੜੇ ਆਪੋਜੀਸ਼ਨਸ ਨਹੀਂ, ਜਿਹੜੇ ਆਪੋਜੀਸ਼ਨਸ ਹੈ ਉਹ ਕੀ ਕਹਿ ਰਹੇ ਆ, ਦੋਸ਼ ਲਾ ਰਹੇ ਆ ਕਿ ਪਾਰਟੀ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਮਤਲਬ ਇਲੈਕਸ਼ਨਸ ਨੂੰ ਜਿੱਤਣ ਦੇ ਲਈ, ਠੀਕ ਹੈ ਗੱਲ। ਤਾਂ ਦੀ ਪਾਰਟੀ ਵਿਲ ਵਿਨ ਦਿਸ ਇਲੈਕਸ਼ਨ ਬਾਈ ਹੁੱਕ ਔਰ ਕਰੁਕ ਅਲੈਜ ਇਟਸ ਡਿਸਟਰੈਕਟਰਸ। ਅੱਗੇ ਦੇਖੋ, ਬ੍ਰੈਡ ਐਂਡ ਬਟਰ, ਦੇਖੋ ਇਹ ਹੁੰਦੀ ਆਪਣੀ ਲਾਈਵਲੀਹੁੱਡ, ਠੀਕ ਹੈ ਨਾ। ਮਤਲਬ ਜੀਣ ਵਾਸਤੇ ਖਾਣ ਨੂੰ ਮਤਲਬ ਕਿ ਉਪਲਬਧ ਕਰਨਾ, ਬ੍ਰੈਡ ਐਂਡ ਬਟਰ। ਸੈਂਟੈਂਸ ਦੇਖੋ, ਫॉर ਚੇਤਨ ਭਗਤ ਰਾਈਟਿੰਗ ਹੈਜ਼ ਲੌਂਗ ਸੀਜ਼ ਟੂ ਬੀ ਦੀ ਬ੍ਰੈਡ ਐਂਡ ਬਟਰ, ਠੀਕ ਹੈ। ਤਾਂ ਚੇਤਨ ਭਗਤ ਦੇ ਲਈ ਰਾਈਟਿੰਗ ਕੀ ਹੈ, ਸਿਰਫ ਬ੍ਰੈਡ ਐਂਡ ਬਟਰ ਬਣ ਕੇ ਰਹਿ ਗਈ ਹੈ। ਅੱਗੇ ਦੇਖੋ, ਬਲੂ ਬਲੱਡ, ਨੋਬਲ ਬਲੱਡ, ਨੋਬਿਲਿਟੀ ਆਫ ਰੈਂਕ, ਮਤਲਬ ਕਿ ਸ਼ਾਹੀ ਬਲੱਡ, ਠੀਕ ਹੈ। ਸੈਂਟੈਂਸ, ਦੇ ਮੇ ਬੀ ਪੂਅਰ, ਉਹ ਭਾਵੇਂ ਗਰੀਬ ਆ ਬਟ ਦੇ ਹੈਵ ਆ ਬਲੂ ਬਲੱਡ ਇਨ ਦੇਅਰ ਫੈਮਿਲੀ, ਠੀਕ ਹੈ ਨਾ। ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੀ ਹੈ, ਨੋਬਲ ਨੇ, ਉਹਨਾਂ ਦੀ ਮਤਲਬ ਕਿ ਨੋਬਲ ਬਲੱਡ ਹੈ, ਰੈਂਕ ਉਹਨਾਂ ਦੀ ਨੋਬਿਲਿਟੀ ਦੀ ਹੈ, ਠੀਕ ਹੈ। ਅੱਗੇ ਦੇਖੋ, ਬੋਇਲ ਡਾਊਨ, ਇਹਦਾ ਮਤਲਬ ਟੂ ਰਿਡਿਊਸ, ਟੂ ਕਮ ਡਾਊਨ ਟੂ ਦੀ ਬੇਸਿਕ ਫੈਕਟ, ਮਤਲਬ ਕਿਸੇ ਚੀਜ਼ ਨੂੰ ਘੱਟ ਕਰਨਾ, ਕਿਸੇ ਚੀਜ਼ ਦੇ ਬੇਸਿਕ ਫੈਕਟਸ ਤੱਕ ਉਤਰਾਉਣਾ, ਉਹਨੂੰ ਬੋਲਾਂਗੇ ਬੋਇਲ ਡਾਊਨ। ਸੈਂਟੈਂਸ, ਦੀ ਡਿਟੇਲਡ ਨੀਤੀ ਆਯੋਗ ਪ੍ਰੈਜੈਂਟੇਸ਼ਨ ਬੋਇਲ ਡਾਊਨ ਟੂ ਦੀ ਬੇਸਿਕ ਫਾਈਨਲੀ, ਠੀਕ ਹੈ ਨਾ, ਬੇਸਿਕਸ ਫਾਈਨਲੀ ਫੋਕਸ ਔਨ ਐਕਸ਼ਨ ਨਾਟ ਮੇਰੀ ਪਲਾਨਿੰਗ। ਤਾਂ ਦੇਖੋ, ਨੀਤੀ ਆਯੋਗ ਦਾ ਜਿਹੜਾ ਡਿਟੇਲਡ ਪ੍ਰੈਜੈਂਟੇਸ਼ਨ ਹੈ ਕੀ ਹੋ ਗਈ, ਉਹ ਬੋਇਲ ਡਾਊਨ ਹੋ ਗਈ ਟੂ ਬੇਸਿਕਸ ਫਾਈਨਲੀ। ਹੁਣ ਉਹ ਬੇਸਿਕਸ ਦੀ ਗੱਲ ਕਰ ਰਹੇ ਆ, ਠੀਕ ਹੈ ਨਾ। ਦੇਖੋ, ਪਹਿਲਾਂ ਨੀਤੀ ਆਯੋਗ ਤੋਂ ਪਹਿਲਾਂ ਕਿਹੜਾ ਸੀਗਾ, ਪਲਾਨਿੰਗ ਕਮਿਸ਼ਨ ਸੀ। ਕਿਹੜਾ ਕਮਿਸ਼ਨ ਸੀ, ਪਲਾਨਿੰਗ ਕਮਿਸ਼ਨ ਸੀ ਦੋਸਤੋ। ਉਸ ਨੂੰ ਨਰਿੰਦਰ ਮੋਦੀ ਗਵਰਨਮੈਂਟ ਨੇ ਰੱਦ ਕਰਕੇ ਨੀਤੀ ਆਯੋਗ ਬਣਾਇਆ, ਠੀਕ ਹੈ, ਜਿਹਦੇ ਵਿੱਚ ਇਹਨਾਂ ਨੇ ਬੇਸਿਕਸ ਤੋਂ ਸ਼ੁਰੂ ਕੀਤਾ, ਇਹਨਾਂ ਨੇ ਐਕਸ਼ਨ ਤੇ ਜਿਹੜਾ ਫੋਕਸ ਕੀਤਾ, ਨਾ ਕਿ ਸਿਰਫ ਯੋਜਨਾ ਤੇ, ਠੀਕ ਹੈ ਨਾ। 5 ਈਅਰ ਪਲਾਨ ਹੁੰਦੇ ਸੀ ਪਹਿਲਾਂ, ਉਸ ਨੂੰ ਹਟਾ ਕੇ ਇਹਨਾਂ ਨੇ ਨੀਤੀ ਆਯੋਗ ਲੈ ਕੇ ਆਂਦਾ। ਦੇਖੋ, ਬ੍ਰੇਕ ਇਨ, ਬ੍ਰੇਕ ਇਨ ਦਾ ਮਤਲਬ ਹੁੰਦਾ ਐਂਟਰ ਵਿਦ ਦੀ ਏਮ ਆਫ ਸਟੀਲਿੰਗ, ਮਤਲਬ ਕਿਸੇ ਚੀਜ਼ ਦੇ ਵਿੱਚ ਦਖਲ ਹੋਣਾ, ਕਿਸੇ ਚੀਜ਼ ਨੂੰ ਚੁਰਾਉਣ ਵਾਸਤੇ। ਸੈਂਟੈਂਸ ਦੇਖੋ, ਦੀ US ਮਰੀਨਸ ਬ੍ਰੋਕ ਇਨਟੂ ਦੀ ਹੋਮ ਇਨ ਅਬੋਟਾਬਾਦ ਟੂ ਫਾਈਂਡ ਉਸਾਮਾ ਬਿਨ ਲਦੇਨ। ਦੇਖੋ, ਅਬੋਟਾਬਾਦ ਪਾਕਿਸਤਾਨ ਦੇ ਵਿੱਚ ਆ, ਜਿੱਥੇ ਉਸਾਮਾ ਬਿਨ ਲਦੇਨ ਨੂੰ US ਆਰਮੀ ਨੇ ਫੜ ਕੇ ਮਤਲਬ ਕਿ ਕਿਲ ਕੀਤਾ ਐਂਡ ਉਸ ਨੂੰ ਅੰਡਰ ਵਾਟਰ ਦਫਨਾਇਆ। ਸੋ ਇਦਾਂ ਆਪਾਂ ਇਸ ਸੈਂਟੈਂਸ ਨੂੰ ਯੂਜ਼ ਕੀਤਾ, ਬ੍ਰੇਕ ਇਨ, ਕਿਸੇ ਚੀਜ਼ ਨੂੰ ਚੁਰਾਉਣ ਦੇ ਲਈ ਕਿਸੇ ਜਗ੍ਹਾ ਦੇ ਵਿੱਚ ਐਂਟਰ ਹੋਣਾ। ਤਾਂ US ਮਰੀਨ ਬ੍ਰੋਕ ਇਨਟੂ ਦੀ ਹੋਮ ਇਨ ਅਬੋਟਾਬਾਦ ਟੂ ਫਾਈਂਡ ਉਸਾਮਾ ਬਿਨ ਲਦੇਨ, ਉੱਥੋਂ ਉਸਾਮਾ ਬਿਨ ਲਦੇਨ ਨੂੰ ਲੱਭ ਲਿਆਂਦਾ ਸੀ। ਸੋ ਅੱਜ ਲਈ ਇੰਨੇ ਕਾਫੀ ਨੇ, ਅਗਲੀ ਵੀਡੀਓਜ਼ ਦੇ ਵਿੱਚ ਆਪਾਂ ਹੋਰ ਡਿਸਕਸ ਕਰਾਂਗੇ। ਬਣੇ ਰਹੋ ਵੈਲੀ ਆਫ ਨੌਲੇਜ ਨਾਲ। ਥੈਂਕ ਯੂ ਸੋ ਮਚ।